ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ। ਕੱਲ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਦਿੱਲੀ ਰਵਾਨਾ ਹੋਏ ਸੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਨ ਦੇ ਲਈ, ਪਰ ਸਾਰਿਆਂ ਦੀ ਨਜ਼ਰਾਂ ਉਸ ਮੀਟਿੰਗ ਤੇ ਸੀ। ਪਰ ਅਚਾਨਕ ਸ਼ਾਮੀ ਰਾਹੁਲ ਗਾਂਧੀ ਦਾ ਇੱਕ ਬਿਆਨ ਆ ਜਾਂਦਾ ਹੈ ਕਿ ਅੱਜ ਮੇਰੀ ਕੋਈ ਨਵਜੋਤ ਸਿੱਧੂ ਦੇ ਨਾਲ ਮੀਟਿੰਗ ਨਹੀਂ ਹੈ, ਜਿਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ ਕਿ ਭਾਈ ਨਵਜੋਤ ਸਿੰਘ ਸਿੱਧੂ ਦਾ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਨ ਗਏ ਸੀ, ਪਰ ਰਾਹੁਲ ਗਾਂਧੀ ਕਹਿੰਦੇ ਕਿ ਮੁਲਾਕਾਤ ਹੀ ਨਹੀਂ। ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਗਈਆਂ। ਕੋਈ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਕੱਲ੍ਹ ਨੂੰ ਮਿਲਣ, ਕੋਈ ਕਹਿੰਦਾ ਕਿ ਰਾਹੁਲ ਗਾਂਧੀ ਨੇ ਮਿਲਣ ਤੋਂ ਇਨਕਾਰ ਕਰਤਾ, ਕੋਈ ਕਹਿੰਦਾ ਕਿ ਰਾਹੁਲ ਗਾਂਧੀ ਨਾਰਾਜ਼ ਨੇ ਨਵਜੋਤ ਸਿੱਧੂ ਦੀਆਂ ਜਿਹੜੀਆਂ ਪਿਛਲੇ ਦਿਨਾਂ ਤੋਂ ਆ ਰਹੀਆਂ ਬਿਆਨਬਾਜ਼ੀਆਂ। ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਪਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੱਲ੍ਹ ਮੀਟਿੰਗ ਹੋ ਕਿਉਂ ਨਹੀਂ ਪਾਈ। ਤੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਕੱਲ ਜਿਹੜੀ ਰਾਹੁਲ ਖਬਰਾਂ ਵੀ ਆ ਰਹੀਆਂ ਨੇ ਕਿ ਕੱਲ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਦੇ ਨਾਲ ਵੀ ਮੁਲਾਕਾਤ ਹੋਈ ਹੈ, ਤੇ ਅੱਜ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਇਕੱਠਿਆਂ ਤੌਰ ਤੇ ਜਾਂ ਫਿਰ ਇਕੱਲੇ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਜਿਹੜੀ ਹੋ ਸਕਦੀ ਹੈ। ਤੇ ਕੀ ਕੁਝ ਗੱਲਬਾਤ ਕੱਲ ਹੋਈ ਹੋਣੀ ਹੈ ਤੇ ਕੀ ਕੁਝ ਗੱਲਬਾਤ ਅੱਜ ਦੀ ਮੀਟਿੰਗ ਦੇ ਵਿੱਚ ਹੋਣੀ ਹੈ, ਜਾਂ ਅੱਜ ਮੀਟਿੰਗ ਹੋਣੀ ਵੀ ਅੱਜ ਨਹੀਂ ਹੋਣੀ, ਇਸ ਪੂਰੇ ਮਾਮਲਿਆਂ ਤੇ ਗੱਲਬਾਤ ਤੁਹਾਨੂੰ ਦੱਸਾਂਗੀ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਕਰਦੇ ਹਾਂ ਵਿਚਾਰ ਚਰਚਾ। ਪ੍ਰੋਫੈਸਰ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਕੱਲ ਨਵਜੋਤ ਸਿੰਘ ਸਿੱਧੂ ਮੁਲਾਕਾਤ ਦੇ ਲਈ ਨਿਕਲੇ ਸੀ, ਲੋਕੀ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਹਾਈਕਮਾਨ ਨੇ ਇਨਕਾਰ ਕਰਤਾ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ, ਕੀ ਅਸਲੀਅਤ ਕੀ ਹੈ ਜਿਹੜੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ? ਸੁਖਵਿੰਦਰ ਜੀ, ਇਸ ਸਾਰੀ ਘਟਨਾ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਪਾਰਟੀ 'ਚ ਹੁੰਦੇ ਹੋ ਤਾਂ ਉਹਦੇ ਵਿੱਚ ਇੱਕ ਅਨੁਸ਼ਾਸਨਬੱਧਤਾ ਹੁੰਦੀ ਹੈ। ਤੁਹਾਨੂੰ ਇੱਕ ਡਿਸਿਪਲਿਨ ਦੇ ਵਿੱਚ ਰਹਿਣਾ ਪੈਂਦਾ, ਔਰ ਉਸ ਡਿਸਿਪਲਿਨ ਦੇ ਵਿੱਚ ਰਹਿ ਕੇ ਤੁਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਹੈ ਅੱਗੇ ਲੈ ਕੇ ਜਾ ਸਕਦੇ ਹੋ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੱਲ ਨਵਜੋਤ ਸਿੰਘ ਸਿੱਧੂ ਨੂੰ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਬੁਲਾਇਆ ਗਿਆ ਸੀਗਾ, ਔਰ ਇਹ ਗੱਲ ਆਮ ਤੌਰ ਤੇ ਜਿਹੜੀ ਹੈਗੀ ਹੈ ਕਹੀ ਗਈ ਕਿ ਸਿੱਧੂ ਸਾਹਿਬ ਰਾਹੁਲ ਜੀ ਨੂੰ ਮਿਲਣਗੇ, ਪ੍ਰਿਯੰਕਾ ਜੀ ਨੂੰ ਮਿਲਣਗੇ, ਹਾਈ ਕਮਾਂਡ ਨੂੰ ਮਿਲਣਗੇ, ਸੋਨੀਆ ਜੀ ਨੂੰ ਮਿਲਣਗੇ, ਖੜਗੇ ਕਮੇਟੀ ਨੂੰ ਮਿਲਣਗੇ। ਇੱਦਾਂ ਦੀਆਂ ਗੱਲਾਂ ਜਿਹੜੀਆਂ ਸੀ ਬਾਰ-ਬਾਰ ਸਾਹਮਣੇ ਆ ਰਹੀਆਂ ਸੀਗੀਆਂ। ਕੋਈ ਕੁਝ ਕਹਿ ਰਿਹਾ ਸੀਗਾ, ਕੋਈ ਕੁਝ ਕਹਿ ਰਿਹਾ ਸੀਗਾ, ਪਰ ਅਸਲੀਅਤ ਇਹ ਹੈ ਕਿ ਪਾਰਟੀ ਦਾ ਜਿਹੜਾ ਡਿਸਿਪਲਿਨ ਹੁੰਦਾ ਹੈ, ਪਾਰਟੀ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਜਦੋਂ ਇੱਦਾਂ ਦੀਆਂ ਮੀਟਿੰਗਾਂ ਕਰਦੇ ਹੋ ਤੁਹਾਨੂੰ ਸਮਾਂ ਲੈਣਾ ਪੈਂਦਾ ਹੈ, ਔਰ ਸਮਾਂ ਲੈ ਕੇ ਤੁਸੀਂ ਬਕਾਇਦਾ ਤੌਰ ਤੇ ਫਿਰ ਤੁਸੀਂ ਉੱਥੇ ਪਹੁੰਚਣਾ ਹੁੰਦਾ ਹੈ, ਫਿਰ ਤੁਹਾਡੀ ਜਿਹੜੀ ਹੈਗੀ ਮੁਲਾਕਾਤ ਹੁੰਦੀ ਹੈ। ਸੋ ਇੱਕਦਮ ਇਹ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਵਿੱਚ ਜਾਂ ਦੂਸਰੇ ਮੀਡੀਆ ਦੇ ਵਿੱਚ ਇਹ ਫੈਲਾਇਆ ਗਿਆ ਕਿ ਨਵਜੋਤ ਸਿੰਘ ਸਿੱਧੂ ਪਟਿਆਲੇ ਤੋਂ ਚੱਲੇ ਤੇ ਸਿੱਧਾ ਉੱਥੇ ਰਾਹੁਲ ਗਾਂਧੀ ਦੇ ਘਰੇ ਪਹੁੰਚ ਜਾਣਗੇ ਤੇ ਗੱਲਬਾਤ ਹੋ ਜਾਏਗੀ। ਏਦਾਂ ਕਦੇ ਵੀ ਨਹੀਂ ਹੁੰਦਾ ਨਾ ਕਦੇ ਪਹਿਲਾਂ ਕੈਪਟਨ ਸਾਹਿਬ ਨਾਲ ਜਾਂ ਦੂਸਰੇ ਜਿਹੜੇ ਮੰਤਰੀ ਸਾਹਿਬਾਨ ਜਾਂ ਹੋਰ MLA ਸਾਹਿਬਾਨ ਮਿਲਣ ਜਾਂਦੇ ਨੇ, ਬਕਾਇਦਾ ਤੌਰ ਤੇ ਤੁਹਾਨੂੰ ਇੱਕ ਦੂਜੇ ਤੋਂ ਟਾਈਮ ਲੈਣਾ ਪੈਂਦਾ ਹੈ। ਆਪਾਂ ਵੀ ਜਦੋਂ ਕਿਸੇ ਦੇ ਪਰਿਵਾਰ ਦੇ ਵਿੱਚ ਜਾਂਦੇ ਹਾਂ ਜਾਂ ਘਰੇ ਜਾਂਦੇ ਹਾਂ ਤਾਂ ਬਕਾਇਦਾ ਤੌਰ ਤੇ ਪਹਿਲਾਂ ਫੋਨ ਕਰਕੇ ਅਗਲੇ ਤੋਂ ਟਾਈਮ ਲੈ ਕੇ ਜਿਹੜੀ ਪਹਿਲਾਂ ਜਿਹੜੀ ਮੀਟਿੰਗ ਫਿਕਸ ਹੁੰਦੀ ਹੈ। ਸੋ ਇਸ ਕਰਕੇ ਕੱਲ ਦੀ ਜਿਹੜੀ ਮੀਟਿੰਗ ਸੀਗੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਕਿਉਂਕਿ ਕੱਲ 12 ਵਜੇ ਤੋਂ ਬਾਅਦ ਤਾਂ ਚੱਲੀ ਨੇ ਉਹ ਇੱਥੋਂ, ਸੋ ਇਸ ਕਰਕੇ ਘੱਟੋ ਘੱਟ 5-6 ਘੰਟੇ ਤੁਹਾਨੂੰ ਜਾਣ ਦੇ ਲੱਗਦੇ ਆ। ਤੁਸੀਂ ਮਤਲਬ ਕਿਵੇਂ ਇਹ ਸੰਭਵ ਸੀਗਾ ਕਿ ਕੱਲ ਸਾਰੇ ਬੰਦਿਆਂ ਨਾਲ, ਕੱਲ ਖੜਗੇ ਕਮੇਟੀ ਨਾਲ ਵੀ ਮੀਟਿੰਗ ਹੋ ਜਾਂਦੀ, ਰਾਹੁਲ ਜੀ ਨਾਲ ਵੀ ਮੀਟਿੰਗ ਹੋ ਜਾਂਦੀ, ਪ੍ਰਿਯੰਕਾ ਜੀ ਨਾਲ ਵੀ ਮੀਟਿੰਗ ਹੋ ਜਾਂਦੀ, ਸੋਨੀਆ ਜੀ ਨਾਲ ਵੀ ਮੀਟਿੰਗ ਹੋ ਜਾਂਦੀ, ਇਹ ਸੰਭਵ ਨਹੀਂ ਹੁੰਦਾ। ਸੋ ਇਸ ਕਰਕੇ ਅੱਜ ਜਿਹੜੀ ਹੈਗੀ ਆ, ਅੱਜ ਤੁਸੀਂ ਦੇਖੋਗੇ ਕਿ ਅੱਜ ਬਕਾਇਦਾ ਤੌਰ ਤੇ, ਕਿਉਂਕਿ ਜੇ ਉਹਨਾਂ ਨੂੰ ਬੁਲਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਤਾਂ ਹੀ ਉਹ ਗਏ ਨੇ ਨਾ, ਇਦਾਂ ਤਾਂ ਆਪਣੇ ਆਪ ਤਾਂ ਗਏ ਨਹੀਂ ਹੋ। ਇਹ ਗੱਲ ਸਮਝਣ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਗੱਲ ਜਾਣੀ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਬੁਲਾਏ ਤਾਂ ਕਿਤੇ ਨਹੀਂ ਜਾਂਦੇ, ਤੇ ਉਹ ਜੇ ਉਹਨਾਂ ਨੂੰ ਸੱਦਾ ਆਇਆ ਤਾਂ ਇਸੇ ਕਰਕੇ ਹੀ ਉਹ ਗਏ ਸੀ, ਕਿਉਂਕਿ ਇਸੇ ਉਹਨਾਂ ਦੇ ਦਫ਼ਤਰ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਭਾਈ ਨਵਜੋਤ ਸਿੰਘ ਸਿੱਧੂ ਮੀਟਿੰਗ ਦੇ ਲਈ ਜਾਣਗੇ 29 ਜੂਨ ਨੂੰ। ਜੇ ਬਾਅਦ ਦੁਪਹਿਰ ਦੇ ਤੁਰੇ ਆ ਤਾਂ ਫਿਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸ਼ਾਮ ਤੱਕ 6-6:30 ਵਜੇ ਤੱਕ ਪਹੁੰਚਣਗੇ ਉਹ। ਸਿੱਧੂ ਸਾਹਿਬ ਦੇਖੋ, ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ 'ਚ ਇਹੀ ਫਰਕ ਹੈ। ਕੈਪਟਨ ਸਾਹਿਬ ਉੱਥੇ ਜਾ ਕੇ ਦਿੱਲੀ ਜਾ ਕੇ ਡੇਰਾ ਲਾਉਂਦੇ ਨੇ ਔਰ ਉੱਥੇ ਫਿਰ ਮਿੰਨਤਾਂ ਕਰਦੇ ਨੇ ਉਹਨਾਂ ਦੀਆਂ ਕਿ ਮੈਨੂੰ ਸੋਨੀਆ ਜੀ ਨਾਲ ਮਿਲਾ ਦਿਓ, ਮੈਨੂੰ ਰਾਹੁਲ ਜੀ ਨਾਲ ਮਿਲਾ ਦਿਓ, ਮੈਨੂੰ ਪ੍ਰਿਯੰਕਾ ਜੀ ਨਾਲ ਮਿਲਾ ਦਿਓ। ਇਹ ਫਿਕਸ ਉਹਨਾਂ ਨੇ ਜਿਹੜੇ ਪਹਿਲੀ ਵਾਰੀ ਜਦੋਂ ਕੈਪਟਨ ਸਾਹਿਬ ਨੂੰ ਉਹਨਾਂ ਨੇ ਨਾ ਕੀਤੀ ਸੀਗੀ, ਉਹ ਇਸੇ ਲਈ ਕੀਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਤੁਸੀਂ ਅਨੁਸ਼ਾਸਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਪਹਿਲਾਂ ਸਮਾਂ ਲੈ ਕੇ ਨਹੀਂ ਮਿਲਣ ਲਈ ਆਏ, ਤੁਸੀਂ ਇੱਥੇ ਆ ਗਏ ਹੁਣ ਕਿਉਂਕਿ ਖੜਗੇ ਕਮੇਟੀ ਨੇ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਬੁਲਾਇਆ ਸੀਗਾ,
ਉਹਨਾਂ ਨੇ ਕਿਹਾ ਕਿ ਮੈਂ ਜਾਂਦਾ ਜਾਂਦਾ ਸੋਨੀਆ ਜੀ ਨੂੰ ਜਾਂ ਪ੍ਰਿੰਕਾ ਜੀ ਨੂੰ ਜਾਂ ਰਾਹੁਲ ਜੀ ਨੂੰ ਮਿਲ ਜਾਣਾ। ਇਦਾਂ ਨਹੀਂ ਹੁੰਦਾ ਕਦੇ ਵੀ, ਉਹਨਾਂ ਨੇ ਇਸ ਲਈ ਉਹਨਾਂ ਨੂੰ ਜਵਾਬ ਦਿੱਤਾ ਸੀਗਾ। ਪਰ ਦੂਜੇ ਪਾਸੇ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਰਜਸ਼ੈਲੀ ਤੇ ਨਜ਼ਰ ਮਾਰਦੇ ਹਾਂ ਤਾਂ ਬਕਾਇਦਾ ਤੌਰ ਤੇ ਉਹ ਸਮਾਂ ਲੈ ਕੇ ਗਏ ਨੇ, ਟਾਈਮ ਲੈ ਕੇ ਗਏ ਨੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ। ਇਸੇ ਕਰਕੇ ਕੱਲ ਜਾਣ ਦਾ ਮਕਸਦ ਉਹਨਾਂ ਦਾ ਇਹੀ ਸੀਗਾ ਕਿ ਮੈਂ ਅੱਜ ਜਾਵਾਂਗਾ ਔਰ ਅਗਲੇ ਦਿਨਾਂ ਦੇ ਵਿੱਚ ਇਹ ਵੀ ਨਹੀਂ ਹੈ ਕਿ ਅੱਜ ਹੀ ਸਾਰਾ ਕੁਝ ਫਾਈਨਲ ਹੋ ਜਾਏਗਾ। ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ, ਮੁਲਾਕਾਤਾਂ ਹੋਣਗੀਆਂ, ਆਪਸੀ ਚਰਚਾ ਹੋਏਗੀ, ਵਿਚਾਰ ਚਰਚਾ ਦੇ ਵਿੱਚੋਂ ਹੀ ਜਿਹੜਾ ਇਸ ਗੱਲ ਦਾ ਹੱਲ ਜਿਹੜਾ ਹੈਗਾ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ। ਜੇ ਆਪਾਂ ਕਹੀਏ ਕਿ ਪਹਿਲੀ ਮੁਲਾਕਾਤ ਦੇ ਵਿੱਚ ਹੀ ਰਾਹੁਲ ਜੀ ਨਾਲ ਜਦੋਂ ਪਹਿਲੀ ਮੁਲਾਕਾਤ ਹੀ ਹੋਗੀ ਤਾਂ ਸਾਰਾ ਮਸਲਾ ਹੱਲ ਹੋ ਜਾਏਗਾ, ਇਹ ਵੀ ਸੰਭਾਵਨਾਵਾਂ ਨਹੀਂ ਹੁੰਦੀਆਂ ਕਦੇ ਵੀ। ਹੌਲੀ ਹੌਲੀ ਜਦੋਂ ਗੱਲਾਂ ਬਾਤਾਂ ਹੋਣਗੀਆਂ, ਅਲੱਗ-ਅਲੱਗ ਲੋਕਾਂ ਦੇ ਨਾਲ ਮੀਟਿੰਗਾਂ ਹੋਣਗੀਆਂ, ਤਾਂ ਹੀ ਉਹਦੇ ਵਿੱਚੋਂ ਜਿਹੜਾ ਹੈਗਾ ਕੋਈ ਨਾ ਕੋਈ ਹੱਲ ਸਾਹਮਣੇ ਆਏਗਾ। ਔਰ ਨਵਜੋਤ ਸਿੰਘ ਸਿੱਧੂ ਬਹੁਤ ਤਹੱਮਲ ਦੇ ਨਾਲ ਚੱਲ ਰਹੇ ਨੇ, ਬਹੁਤ ਹੌਸਲੇ ਦੇ ਨਾਲ ਚੱਲ ਰਹੇ ਨੇ ਔਰ ਬਹੁਤ ਤਰਕ ਦੇ ਨਾਲ ਚੱਲ ਰਹੇ ਨੇ। ਇਸ ਕਰਕੇ ਨਵਜੋਤ ਸਿੰਘ ਸਿੱਧੂ, ਮੈਨੂੰ ਲੱਗਦਾ ਹੈ, ਜੋ ਮੈਨੂੰ ਸੰਭਾਵਨਾਵਾਂ ਇਸ ਵੇਲੇ ਨਜ਼ਰ ਆਉਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਇਸ ਮਸਲੇ ਦਾ ਹੱਲ ਕੱਢਣਗੇ। ਔਰ ਅਖੀਰ ਨੂੰ ਕੀ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਜੋ ਉਹਨਾਂ ਦਾ ਬਣਦਾ ਸਥਾਨ ਹੈ, ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਕੋਈ ਬਹੁਤ ਵੱਡਾ ਡਾਕਟਰ ਸਾਹਿਬ ਇਹ ਵੀ ਨਾ ਆਪਾਂ ਇਸ ਪਾਸੇ ਹੋਣਾ ਤੇ ਚਰਚਾਵਾਂ ਕਹਿੰਦੇ ਇਹ ਵੀ ਨੇ ਕਿ ਕੱਲ ਇੱਕ ਵਾਰੀ ਉਹਨਾਂ ਦੀ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕਹਿੰਦੇ ਹੋ ਚੁੱਕੀ ਹੈ ਤੇ ਅੱਜ ਦੋਵਾਂ ਨਾਲ ਪ੍ਰਿਯੰਕਾ ਤੇ ਰਾਹੁਲ ਦੇ ਨਾਲ ਜਾਂ ਫਿਰ ਇਕੱਲੇ ਰਾਹੁਲ ਦੇ ਨਾਲ ਮੁਲਾਕਾਤ ਕਹਿੰਦੇ ਹੋਵੇਗੀ। ਕੀ ਗੱਲ ਇਹ ਸਹੀ ਦੱਸੀ ਜਾ ਰਹੀ ਹੈ ਜਿਹੜੀ ਖਬਰ ਆ ਰਹੀ ਹੈ ਕਿ ਪ੍ਰਿਯੰਕਾ ਦੇ ਨਾਲ ਕੱਲ ਮੁਲਾਕਾਤ ਹੋਈ ਹੈ? ਬਿਲਕੁਲ, ਦੇਖੋ ਪ੍ਰਿਯੰਕਾ ਜੀ, ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਹਾਂ ਕਿ ਜੇ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਦੇ ਵਿੱਚ ਐਂਟਰ ਕੀਤੇ ਨੇ ਤਾਂ ਉਹਦੇ ਵਿੱਚ ਵੱਡਾ ਰੋਲ ਪ੍ਰਿਯੰਕਾ ਜੀ ਦਾ ਰਿਹਾ ਔਰ ਰਾਹੁਲ ਜੀ ਦਾ ਰਿਹਾ। ਔਰ ਦੋਨਾਂ ਕਰਕੇ ਉਹਨਾਂ ਨੇ ਇਹ ਬਕਾਇਦਾ ਤੌਰ ਤੇ ਬਾਰ-ਬਾਰ ਮੰਨਿਆ ਕਿ ਮੈਂ ਪ੍ਰਿਯੰਕਾ ਜੀ ਔਰ ਰਾਹੁਲ ਜੀ ਕਰਕੇ ਕਾਂਗਰਸ ਦੇ ਵਿੱਚ ਹਾਂ। ਸੋ ਅੱਜ ਜੇਕਰ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਰਾਹੁਲ ਜੀ ਜਾਂ ਪ੍ਰਿਯੰਕਾ ਜੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦੇਣ, ਇਹ ਸੰਭਵ ਹੀ ਨਹੀਂ ਹੈ। ਸੋ ਇਸ ਕਰਕੇ ਕੱਲ ਬਕਾਇਦਾ ਤੌਰ ਤੇ ਉਹ ਪ੍ਰਿਯੰਕਾ ਜੀ ਨੂੰ ਮਿਲੇ ਨੇ ਔਰ ਕੱਲਾ ਪ੍ਰਿਯੰਕਾ ਜੀ ਨੂੰ ਹੋ ਸਕਦਾ ਹੈ ਹੋਰ ਵੀ ਜਿਹੜੇ ਵੱਡੇ ਨੇਤਾ ਨੇ, ਉੱਥੇ ਡਾਕਟਰ ਮਨਮੋਹਨ ਸਿੰਘ ਜੀ ਵੀ ਬੈਠੇ ਨੇ, ਉੱਥੇ ਉਹਨਾਂ ਦੇ ਹੋਰ ਬੜੇ ਵੱਡੇ ਜਿਹੜੇ ਸਾਥੀ ਨੇ ਕਾਂਗਰਸ ਨਾਲ ਸੰਬੰਧਿਤ, ਉਹਨਾਂ ਦੇ ਕੋਲ ਵੀ ਉਹ ਜਾ ਸਕਦੇ ਨੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਇਕੱਲਾ ਸਿਰਫ ਰਾਹੁਲ ਗਾਂਧੀ ਨੂੰ ਹੀ ਮਿਲਣਾ ਜਿਹੜਾ ਹੈਗਾ ਉਹਨਾਂ ਦਾ ਏਜੰਡਾ ਹੈ। ਉਹਨਾਂ ਦਾ ਏਜੰਡਾ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਆਪਣੀ ਗੱਲ ਰੱਖਣ ਦਾ ਔਰ ਆਪਣੀ ਜਿਹੜੇ ਬਣਦੇ ਹੱਕ ਹੈ ਉਹਨਾਂ ਦਾ, ਔਰ ਜਿਹੜਾ ਜਿਸ ਕਰਕੇ ਉਹਨਾਂ ਨੂੰ 4.5 ਸਾਲ ਤੋਂ ਖੁੱਡੇ ਲੈਣ ਲਾਇਆ ਗਿਆ ਹੈ ਕੈਪਟਨ ਸਾਹਿਬ ਦੇ ਦੁਆਰਾ, ਤਾਂ ਉਸ ਦਾ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ ਉਸ ਨੂੰ ਸੋਲਵ ਕਰਨਾ ਹੈ, ਉਹਨੂੰ ਹੱਲ ਕਰਨਾ ਹੈ ਮਸਲਾ। ਔਰ ਮੈਨੂੰ ਵੀ ਲੱਗਦਾ ਹੈ ਕਿ ਹਾਈ ਕਮਾਂਡ ਇੰਨੀ ਕੋਈ ਘੱਟ ਸਿਆਣੀ ਨਹੀਂ ਹੈ। ਡਾਕਟਰ ਕਿਵੇਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜੇਕਰ ਵਾਰ-ਵਾਰ ਉਹ ਇਹ ਗੱਲ ਕਹਿੰਦੇ ਕਿ ਸਿੱਧੂ ਤਾਂ ਜਿਉਂਦਾ ਆਪਣੀ ਪੱਗ ਕਰਕੇ, ਆਪਣੀ ਧੌਣ ਕਰਕੇ, ਕਦੇ ਝੁਕੇਗੀ ਨਹੀਂ, ਕਦੇ ਥੱਲੇ ਲੱਗ ਕੇ ਨਹੀਂ ਚੱਲਾਂਗਾ, ਕਦੇ ਝੂਠ ਫਰੇਬ ਨਹੀਂ ਦੀ ਰਾਜਨੀਤੀ ਨਹੀਂ ਕਰਾਂਗਾ। ਕੀ ਲੱਗਦਾ ਹੈ ਕਿ ਜੇਕਰ ਕਈ ਲੋਕ ਹਲੇ ਵੀ ਇਹ ਗੱਲ ਸੋਚਦੇ ਹੋਣਗੇ ਕਿ ਭਾਈ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕੀਤਾ ਹੈ ਤੇ ਸ਼ਾਇਦ ਸਾਡੇ ਕੋਲ ਇਹ ਗੱਲ ਨਹੀਂ ਪਹੁੰਚੀ, ਇਸ ਕਰਕੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਾਂ, ਪਰ ਕੀ ਲੱਗਦਾ ਹੈ ਕਿ ਹਾਈ ਕਮਾਨ ਜਿਸ ਤਰੀਕੇ ਨਾਲ ਸਾਰੇ ਸੁਭਾਅ ਨਵਜੋਤ ਸਿੰਘ ਸਿੱਧੂ ਜਾਣਦਾ ਹੈ ਕਿ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਨਾਰਾਜ਼ ਕਰਨਾ ਚਾਹੂਗੀ? ਕੀ ਲੱਗਦਾ ਹੈ ਕਿ ਜੇਕਰ ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਤਾਂ ਫਿਰ ਨਵਜੋਤ ਸਿੰਘ ਸਿੱਧੂ ਟਿਕ ਕੇ ਬਹਿਣ ਵਾਲੇ ਆ? ਕਿਉਂਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹੀ ਗੱਲਾਂ ਕਹਿੰਦੇ ਆ ਕਿ ਮੈਂ ਆਪਣੀ ਪੱਗ ਕਰਕੇ, ਆਪਣੀ ਧੌਣ ਕਰਕੇ, ਆਪਣੀ ਸੱਚਾਈ ਕਰਕੇ ਰਾਜਨੀਤੀ ਦੇ ਵਿੱਚ ਕਿਸੇ ਥੱਲੇ ਨਹੀਂ ਲੱਗਣਾ। ਕੀ ਲੱਗਦਾ ਕਿ ਅਜਿਹੀਆਂ ਗੱਲਾਂ ਜਾਣਨ ਦੇ ਬਾਵਜੂਦ ਵੀ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕਰਕੇ ਜਿਹੜੀ ਉਹਨਾਂ ਦੀ ਨਾਰਾਜ਼ਗੀ ਮੁੱਲ ਲੈਣਾ ਚਾਹੂਗੀ? ਸੁਖਵਿੰਦਰ ਜੀ, ਮੈਨੂੰ ਲੱਗਦਾ ਕਿ ਹਾਈ ਕਮਾਂਡ ਜਿਹੜੀ ਹੈਗੀ ਇਸ ਵੇਲੇ ਉਹਨੂੰ ਕੈਪਟਨ ਨਾਲੋਂ ਵੀ ਜ਼ਿਆਦਾ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ। ਉਹਦਾ ਵੱਡਾ ਕਾਰਨ ਇਹ ਹੈ, ਜੇ ਆਪਾਂ ਇਹਨੂੰ ਐਨਾਲਿਸਿਸ ਕਰਦੇ ਹਾਂ, ਇੱਕ ਤਾਂ ਹੈ ਕਿ 22 ਦੇ ਵਿੱਚ ਚੋਣਾਂ 5 ਸਟੇਟਾਂ ਦੇ ਵਿੱਚ, ਇਕੱਲੀਆਂ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੈਗੀਆਂ। ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ, ਜਦੋਂ ਕਿ ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਦਾ ਜਿਹੜਾ ਦਾਇਰਾ ਹੈ, ਉਹਨਾਂ ਦੀ ਜਿਹੜੀ ਸੀਮਤ ਦਾਇਰਾ ਹੈ, ਉਹ ਸਿਰਫ ਪੰਜਾਬ ਤੱਕ ਹੀ ਜਿਹੜਾ ਹੈਗਾ ਸੰਭਾਵਨਾਵਾਂ ਨੇ ਉਹਦੀਆਂ। ਔਰ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਸੀਗਾ ਸੁਖਵਿੰਦਰ ਜੀ, ਦਰਸ਼ਕਾਂ ਨੂੰ ਵੀ ਪਤਾ ਹੋਏਗਾ ਕਿ ਕੈਪਟਨ ਸਾਹਿਬ ਦਿੱਲੀ ਦੇ ਵਿੱਚ ਪ੍ਰਚਾਰ ਕਰਨ ਲਈ ਗਏ ਸੀਗੇ। ਇਹਨਾਂ ਨੂੰ ਲੋਕਾਂ ਨੇ ਉੱਥੋਂ ਵੈਸੇ ਹੀ ਭਜਾਤਾ ਸੀਗਾ। ਔਰ ਦਿੱਲੀ ਦੇ ਵਿੱਚ ਜੋ ਕਾਂਗਰਸ ਦਾ ਹਾਲ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਸੀ ਗਏ ਪ੍ਰਚਾਰ ਕਰਨ, ਤੁਹਾਨੂੰ ਵੀ ਯਾਦ ਹੋਏਗਾ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਇੱਥੇ ਪੁਆਇੰਟ ਕਿ 5 ਸਟੇਟਾਂ ਦੇ ਵਿੱਚ ਚੋਣਾਂ ਨੇ ਔਰ 5 ਸਟੇਟਾਂ ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਪ੍ਰਚਾਰ ਕਰਨ ਦੀ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ, ਤਾਂ ਬੜਾ ਵੱਡਾ ਫਾਇਦਾ ਜਿਹੜਾ ਹੈਗਾ ਕਾਂਗਰਸ ਨੂੰ ਹੋਣ ਦੀਆਂ ਸੰਭਾਵਨਾਵਾਂ ਨੇ। ਪਰ ਜੇਕਰ ਉਹ ਇਹਨਾਂ ਦੀ ਮੁਕਾਬਲੇ ਕੈਪਟਨ ਸਾਹਿਬ ਨੂੰ ਭੇਜਦੇ ਨੇ 5 ਸਟੇਟਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ,
ਮੈਨੂੰ ਲੱਗਦਾ ਕਿ ਮਾੜੀਆਂ ਮੋਟੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਕਾਂਗਰਸ ਨੂੰ ਉਹ ਵੀ ਖਤਮ ਹੋ ਜਾਣਗੀਆਂ। ਸੋ ਜਿਵੇਂ ਦਿੱਲੀ ਦੇ ਵਿੱਚ ਹੋਇਆ ਹਾਲ, ਕਾਂਗਰਸ ਦਾ 0 ਸੀਟ ਆਈ ਹੈ, ਉਹੀ ਹਾਲ ਜਿਹੜਾ ਹੈਗਾ ਜੇ ਕੈਪਟਨ ਸਾਹਿਬ ਨੂੰ ਚਿਹਰਾ ਜਿਹੜਾ ਹੈਗਾ ਅੱਗੇ ਉਹਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਲਾਉਂਦੇ ਆ ਤਾਂ ਉਹੀ ਹਾਲ ਹੋ ਜਾਏਗਾ। ਸੋ ਦੂਜੇ ਪਾਸੇ 24 ਦੀਆਂ ਚੋਣਾਂ ਖੜੀਆਂ ਨੇ, ਬਿਲਕੁਲ ਤਿਆਰ ਹੈ। ਔਰ ਇਹਦੇ ਵਿੱਚ ਜਦੋਂ 24 ਦੀਆਂ ਚੋਣਾਂ ਹੋਣਗੀਆਂ, 24 ਦੀਆਂ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਕਿ ਉਦੋਂ ਤੱਕ ਤਾਂ ਕੈਪਟਨ ਸਾਹਿਬ ਹੋ ਸਕਦਾ ਕਿ ਪੋਲਿਟਿਕਸ ਹੀ ਛੱਡ ਦੇਣ। ਸੋ ਇਸ ਕਰਕੇ ਅਗਲਾ ਜਿਹੜਾ ਚਿਹਰਾ ਹੋਏਗਾ ਪੰਜਾਬ ਦੀ ਕਾਂਗਰਸ ਦੇ ਤੌਰ ਤੇ ਔਰ ਭਾਰਤੀ ਕਾਂਗਰਸ ਦੇ ਤੌਰ ਤੇ, ਜੇਕਰ ਉਹਨਾਂ ਨੂੰ ਚਿਹਰਾ ਚਾਹੀਦਾ ਹੈ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਹੀ ਚਾਹੀਦਾ। ਜੇਕਰ ਨਵਜੋਤ ਸਿੰਘ ਸਿੱਖ ਚਿਹਰਾ ਵੀ ਹੈ, ਇੱਕ ਉਹ ਬਹੁਤ ਸੈਲੀਬ੍ਰਿਟੀ ਵੀ ਹੈ, ਆਪਾਂ ਨੂੰ ਵੀ ਪਤਾ ਹੈ ਕਿ ਇੱਕ ਵੱਡਾ ਸਟਾਰ ਵੀ ਹੈ, ਸੱਚੀ ਮੁੱਚੀ ਦਾ ਸਟਾਰ ਹੈ। ਦੂਜੀ ਗੱਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਸੱਚਾ ਸੁੱਚਾ ਇਨਸਾਨ ਵੀ ਹੈ ਔਰ ਪੜ੍ਹਿਆ ਲਿਖਿਆ ਇਨਸਾਨ ਹੈ। ਜੇਕਰ ਇਦਾਂ ਦੇ ਬੰਦਿਆਂ ਨੂੰ, ਇਦਾਂ ਦੇ ਲੀਡਰਾਂ ਨੂੰ ਕਾਂਗਰਸ ਖੁੱਡੇ ਲੈਣ ਲਾਉਂਦੀ ਹੈ ਜਾਂ ਉਹਨਾਂ ਦੀ ਕਦਰ ਨਹੀਂ ਕਰਦੀ ਜਾਂ ਉਹਨਾਂ ਦੀ ਮੈਰਿਟ ਨੂੰ ਅੱਗੇ ਨਹੀਂ ਲਿਆਉਂਦੀ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ 24 ਦੇ ਵਿੱਚ ਵੀ ਔਰ 22 ਦੇ ਵਿੱਚ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਐਡਾ ਵੱਡਾ ਨੁਕਸਾਨ ਨਹੀਂ ਕਰਵਾਏਗੀ ਕਾਂਗਰਸ। ਹਾਈ ਕਮਾਂਡ ਜਿਹੜੀ ਹੈਗੀ ਹੈ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਏਗੀ, ਇਹਨਾਂ ਦਾ ਜਿਹੜੋ ਇੱਜ਼ਤ ਮਾਣ ਕਰੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ 22 ਦੇ ਵਿੱਚ ਇਹਨਾਂ ਨੂੰ ਮੁੱਖ ਚਿਹਰਾ ਜਿਹੜਾ ਹੈਗਾ ਕਾਂਗਰਸ ਦਾ ਔਰ ਪੂਰੇ ਭਾਰਤੀ ਕਾਂਗਰਸ ਦਾ, ਮੈਨੂੰ ਲੱਗਦਾ ਕੱਲੀ ਪੰਜਾਬ ਦੀ ਕਾਂਗਰਸ ਦਾ ਨਹੀਂ ਮੈਂ ਕਹਿ ਰਿਹਾ, ਜੇ ਆਪਾਂ ਕਹੀਏ ਪੂਰੇ ਹਿੰਦੁਸਤਾਨ ਦੀ ਕਾਂਗਰਸ ਦਾ ਜਿਹੜਾ ਚਿਹਰਾ ਬਣਨਗੇ, ਮੈਨੂੰ ਇਹ ਲੱਗਦਾ ਹੈ। ਦੂਜੇ ਪਾਸੇ ਜਦੋਂ ਅਸੀਂ, ਕਿਉਂਕਿ ਡਾਕਟਰ ਮਨਮੋਹਨ ਸਿੰਘ ਜੀ ਹੁਣ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਉਮਰ ਜਿਹੜੀ ਹੈਗੀ ਹੈ ਵਿਆਹ ਚੁੱਕੀ ਆ, ਉਹ ਹੁਣ ਹੋ ਸਕਦਾ ਕਿ ਪੋਲਿਟਿਕਸ ਨਾ ਆਉਣ। ਸੋ ਸਿੱਖ ਜਿਹੜਾ ਚਾਹੀਦਾ ਕਾਂਗਰਸ ਨੂੰ, ਡਾਕਟਰ ਮਨਮੋਹਨ ਸਿੰਘ ਦਾ ਬਦਲ ਜਿਹੜਾ ਚਾਹੀਦਾ, ਉਹ ਬਦਲ ਨਵਜੋਤ ਸਿੰਘ ਸਿੱਧੂ ਜੀ ਹੋ ਸਕਦੇ ਨੇ। ਔਰ ਇਹ ਬਦਲ ਜੇਕਰ ਹੁੰਦਾ ਤਾਂ ਲਾਜ਼ਮੀ ਤੌਰ ਤੇ ਸਿੱਖਾਂ ਦੇ ਵਿੱਚ ਜਾਂ ਪੰਜਾਬ ਦੇ ਲਈ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੋਏਗੀ ਔਰ ਇਹਨਾਂ ਨੂੰ ਲਿਆਉਣਾ ਵੀ ਚਾਹੀਦਾ ਔਰ ਇਹ ਗੱਲ ਨੂੰ ਹਾਈ ਕਮਾਂਡ ਨੂੰ ਸਮਝਣਾ ਚਾਹੀਦਾ ਔਰ ਸਮਝੇਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਰਿਜ਼ਲਟ ਜਿਹੜਾ ਹੈਗਾ ਔਰ ਇੱਕ ਪੋਜ਼ਿਟਿਵ ਰਿਜ਼ਲਟ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਏਗਾ। ਜੀ ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਕੱਲ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ, ਦੋਵਾਂ ਨਾਂ ਤੇ, ਜਾਂ ਫਿਰ ਰਾਹੁਲ ਗਾਂਧੀ ਦੇ ਨਾਲ ਹੋ ਸਕਦੀ ਹੈ, ਤਾਂ ਜੇਕਰ ਅੱਜ ਮੁਲਾਕਾਤ ਹੁੰਦੀ ਹੈ ਤਾਂ ਕੀ ਕੁਝ ਇਸ ਮੀਟਿੰਗ ਦੇ ਵਿੱਚ ਖਾਸ ਰਹਿਣ ਵਾਲਾ? ਸੁਖਵਿੰਦਰ ਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹਦੇ ਚੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਨਿਕਲ ਸਕਦੀਆਂ ਨੇ। ਪਹਿਲੀ ਗੱਲ ਤਾਂ ਇਹ ਨਿਕਲ ਸਕਦੀ ਹੈ ਕਿ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਵੱਡਾ ਅਹੁਦਾ ਉਹਨਾਂ ਨੂੰ ਕੋਈ ਨਾ ਕੋਈ ਦਿੱਤਾ ਜਾ ਸਕਦਾ। ਫੋਰ ਐਗਜ਼ਾਮਪਲ, ਉਹਨਾਂ ਨੂੰ ਪੰਜਾਬ ਦੀ ਕਾਂਗਰਸ ਦਾ ਪ੍ਰਧਾਨਗੀ ਜਿਹੜੀ ਹੈਗੀ ਹੈ ਉਹ ਦਿੱਤੀ ਜਾ ਸਕਦੀ ਹੈ। ਔਰ ਦੂਸਰੀ ਗੱਲ ਵੱਡੀ ਇਹ ਹੋ ਸਕਦੀ ਹੈ ਕਿ 22 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ, ਖਾਸ ਤੌਰ ਤੇ ਜੇ ਆਪਾਂ ਕਹੀਏ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਇੱਕ ਮੁੱਖ ਮੰਤਰੀ ਦੇ ਤੌਰ ਤੇ ਜਿਹੜਾ ਹੈਗਾ ਚਿਹਰਾ ਪੇਸ਼ ਕੀਤਾ ਜਾ ਸਕਦਾ ਹੈ। ਸੋ ਇਹ ਦੋ ਵੱਡੀਆਂ ਸੰਭਾਵਨਾਵਾਂ ਤਾਂ ਹੈਗੀਆਂ ਨੇ। ਤੀਸਰੀ ਵੱਡੀ ਗੱਲ ਇਹ ਹੋ ਸਕਦੀ ਹੈ ਕਿ ਉਹਨਾਂ ਨੂੰ ਸੈਂਟਰ ਕਮੇਟੀ ਦੇ ਵਿੱਚ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਚੋਣਾਂ ਹੋਣੀਆਂ ਨੇ 5 ਸੂਬਿਆਂ ਦੇ ਵਿੱਚ ਤੇ 24 ਦੇ ਵਿੱਚ ਜਿਹੜੀ ਹੈਗੀ ਆ ਬਹੁਤ ਵੱਡੀ ਲੜਾਈ ਜਿਹੜੀ ਇਹ ਕਾਂਗਰਸ ਨੂੰ ਲੜਨੀ ਪੈ ਸਕਦੀ ਹੈ। ਸੋ ਉਹਦੇ ਲਈ ਵੀ ਅਗਲੀਆਂ ਤਿਆਰੀਆਂ ਦੇ ਤੌਰ ਤੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਜਾਂ ਇੱਕ ਸਿੱਖ ਚਿਹਰੇ ਦੇ ਤੌਰ ਤੇ ਕਾਂਗਰਸ ਦੇ ਵਿੱਚ ਨੈਸ਼ਨਲ ਲੈਵਲ ਤੇ, ਸੈਂਟਰਲ ਲੈਵਲ ਦੇ ਉੱਤੇ ਉਹਨਾਂ ਨੂੰ ਸਿੱਖ ਚਿਹਰੇ ਦੇ ਤੌਰ ਤੇ ਡਾਕਟਰ ਮਨਮੋਹਨ ਸਿੰਘ ਜੀ ਤੋਂ ਬਾਅਦ ਇੱਕ ਲਿਆਂਦਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਦੀਆਂ 3 ਸੰਭਾਵਨਾਵਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ। ਔਰ ਮੈਨੂੰ ਲੱਗਦਾ ਕਿ ਜੇ ਇਹਨਾਂ ਤੋਂ ਘੱਟ ਜਿਹੜੀ ਹੋਏਗੀ ਕੋਈ, ਉਹ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਉਸ ਦੇ ਉੱਤੇ ਰਾਜ਼ੀ ਨਾ ਹੋਣ। ਫੋਰ ਐਗਜ਼ਾਮਪਲ, ਜੇ ਉਹ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਹੋ ਸਕਦਾ ਕਿ ਉਹਦੇ ਤੋਂ ਇਨਕਾਰ ਕਰ ਦੇਣ, ਜਾਂ ਉਹਨਾਂ ਨੂੰ ਕੋਈ ਪਿਛਲਾ ਅਹੁਦਾ ਜਿਹੜਾ ਕੈਪਟਨ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਜੋ ਉਹਨਾਂ ਨੂੰ ਪਿਛਲਾ ਅਹੁਦਾ ਦਿੱਤਾ ਹੋਇਆ ਸੀਗਾ ਉਹ ਅਹੁਦਾ ਦੁਬਾਰਾ ਲੈ ਲੈਣ, ਤਾਂ ਵੀ ਜਿਹੜੀ ਹੈਗੀ ਆ ਉਹ ਉਹਦੇ ਉੱਤੇ ਨਾ ਮੰਨਣ, ਜਾਂ ਇਸ ਤਰ੍ਹਾਂ ਦੇ ਜਿਹੜੇ ਛੋਟੇ-ਮੋਟੇ ਅਹੁਦੇ ਨੇ ਉਹਨਾਂ ਨੂੰ ਕੰਪੇਨ ਕਮੇਟੀ, ਉਪ ਮੁੱਖ ਮੰਤਰੀ ਤੇ ਦੁਬਾਰਾ ਤੋਂ ਮੰਤਰੀ ਬਣਾਉਣ ਦੇ ਅਹੁਦੇ ਤੋਂ ਪਹਿਲਾਂ ਹੀ ਠੁਕਰਾ ਚੁੱਕੇ। ਬਿਲਕੁਲ ਇਸ ਤਰ੍ਹਾਂ ਦੇ ਜੇ ਉਹਨਾਂ ਨੂੰ ਦੁਬਾਰਾ ਆਫਰ ਕੀਤੀ ਜਾਏਗੀ ਤਾਂ ਉਹ ਇਹਦੀਆਂ ਸੰਭਾਵਨਾਵਾਂ ਨੇ ਕਿ ਨਹੀਂ ਮੰਨਣਗੇ। ਸੋ ਇਸ ਕਰਕੇ ਜ਼ਿਆਦਾ ਸੰਭਾਵਨਾਵਾਂ ਇਹੀ ਨੇ ਕਿ ਉਹਨਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਦਿੱਤੀ ਜਾ ਸਕਦੀ ਹੈ, ਨਵੇਂ ਹੱਲ ਜਿਹੜੇ ਨੇ ਉਹ ਤਲਾਸ਼ੇ ਜਾ ਸਕਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਦੋਵਾਂ ਧਿਰਾਂ ਦਾ ਜਿਹੜਾ ਹੈਗਾ ਸਮਝੌਤਾ ਹੋਏਗਾ। ਔਰ ਜੇਕਰ ਇਹ ਸਮਝੌਤਾ ਹੁੰਦਾ ਤਾਂ ਲਾਜ਼ਮੀ ਤੌਰ ਤੇ ਇਹਦਾ ਕਾਂਗਰਸ ਨੂੰ ਵੀ ਫਾਇਦਾ ਹੋ ਸਕਦਾ ਹੈ 22 ਦੇ ਵਿੱਚ। ਜੇਕਰ ਨਹੀਂ ਹੁੰਦਾ ਤਾਂ ਇਹਦੇ ਨਾਲ ਕੀ ਹੋਏਗਾ ਕਿ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਖਾਨਾ ਜੰਗੀ ਹੋਰ ਵਧੇਗੀ। ਪਰ ਸਰ, ਕਿਸ ਤਰੀਕੇ ਦੇ ਨਾਲ ਇਹ ਸਮਝੌਤਾ ਹੋਏਗਾ? ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਲੱਗ ਕੇ ਚੱਲਣ ਨੂੰ ਤਿਆਰ ਨਹੀਂ, ਯਾਨੀ ਕਿ ਉਹਨਾਂ ਦੇ ਅਧੀਨ ਕੰਮ ਕਰਕੇ ਮੈਂ ਤਿਆਰ ਨਹੀਂ। ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਬਰਾਬਰ ਦੀ ਕੁਰਸੀ ਤੇ
ਜਾਂ ਫਿਰ ਉੱਪਰਲੀ ਕੁਰਸੀ ਤੇ ਬਿਠਾ ਕੇ ਨਹੀਂ ਰਾਜੀ, ਤਾਂ ਫਿਰ ਸਮਝੌਤਾ ਹੋਏਗਾ ਕਿ ਸਮਝੌਤਾ ਦੇਖੋ, ਸਮਝੌਤਾ ਹੋਏਗਾ। ਮੈਂ ਜਿਹੜੀ ਗੱਲ ਕਰ ਰਿਹਾ ਉਹ ਹੈ ਕਿ ਹਾਈ ਕਮਾਂਡ ਤੇ ਨਵਜੋਤ ਸਿੰਘ ਸਿੱਧੂ ਦਾ, ਕਿਉਂਕਿ ਜੇ ਹਾਈ ਕਮਾਂਡ ਚਾਹੁੰਦੀ ਹੈ, ਦੇਖੋ ਇਹਦੇ ਵਿੱਚ ਇਹ ਹੁੰਦਾ ਹੈ ਪਾਰਟੀ ਦੇ ਵਿੱਚ ਕਿ ਕਿਉਂਕਿ ਹਰ ਬੰਦਾ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦਾ, ਸੋ ਇਸ ਕਰਕੇ ਹੋ ਸਕਦਾ ਕਿ ਕੈਪਟਨ ਸਾਹਿਬ ਨਾ ਮੰਨਣ ਜਿਵੇਂ ਤੁਸੀਂ ਕਹਿ ਰਹੇ ਹੋ, ਪਰ ਕੈਪਟਨ ਸਾਹਿਬ ਨੂੰ ਹਾਈ ਕਮਾਂਡ ਵੱਲੋਂ ਘੁਰਕੀ ਦੇਣੀ ਹੀ ਦੇਣੀ ਪਏਗੀ। ਉਹਨਾਂ ਨੂੰ ਇਹ ਨਹੀਂ ਹੋਏਗਾ ਕਿ ਅਸੀਂ ਕੈਪਟਨ ਸਾਹਿਬ ਨੂੰ ਵੀ ਖੁਸ਼ ਕਰਾਂਗੇ ਔਰ ਅਸੀਂ ਰਵਨੀਤ ਬਿੱਟੂ ਨੂੰ ਵੀ ਖੁਸ਼ ਕਰਾਂਗੇ, ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਖੁਸ਼ ਰੱਖਾਂਗੇ। ਸੋ ਇਸ ਕਰਕੇ ਕਿਸੇ ਨਾ ਕਿਸੇ ਨੂੰ ਤਾਂ ਜਦੋਂ ਸਮਝੌਤਾ ਹੁੰਦਾ ਹੈ ਤਾਂ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਹੋਣਾ ਹੀ ਹੁੰਦਾ ਹੈ। ਸੋ ਇਸ ਕਰਕੇ ਜੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਲਿਆ ਜਾਏਗਾ ਵੱਖ-ਵੱਖ ਧਿਰਾਂ ਦਾ, ਵੱਖ-ਵੱਖ ਗਰੁੱਪਾਂ ਦਾ, ਤਾਂ ਲਾਜ਼ਮੀ ਤੌਰ ਤੇ ਉਹਦੇ ਉੱਤੇ ਸਮਝੌਤਾ ਹੋਏਗਾ। ਔਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬਿਲਕੁਲ ਇਹਦੇ ਉੱਤੇ ਆ ਸਕਦੇ ਨੇ ਕਿ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਲਿਆਂਦਾ ਜਾਏ ਹਾਈ ਕਮਾਂਡ ਦੇ ਰਾਹੀਂ, ਔਰ ਉਹਦੇ ਉੱਤੇ ਜਿਹੜਾ ਹੈਗਾ ਸਾਰੀਆਂ ਧਿਰਾਂ ਰਾਜ਼ੀ ਹੋਣਗੀਆਂ ਤੇ ਅਖੀਰ ਨੂੰ ਜਿਹੜਾ ਹੈਗਾ 22 ਦੇ ਵਿੱਚ ਰਲ ਕੇ ਚੋਣਾਂ ਲੜੀਆਂ ਜਾ ਸਕਦੀਆਂ ਨੇ। ਪਰ ਜੇ ਨਹੀਂ ਹੁੰਦਾ ਤਾਂ ਇਹਦੇ ਨਾਲ ਜੇਕਰ ਕਿਤੇ ਨਾ ਕਿਤੇ ਜਿਵੇਂ ਰਾਜਸਥਾਨ ਦੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਜਾਂ ਹੋਰ ਵੱਖ-ਵੱਖ ਸਟੇਟਾਂ ਦੀ ਕਾਂਗਰਸ ਦੀ ਹਾਲਾਤ ਦੀ ਗੱਲ ਕਰਦੇ ਹਾਂ, ਤਾਂ ਉੱਥੋਂ ਜਿਹੜੀਆਂ ਨੇ ਬਹੁਤ ਸਾਰੀਆਂ ਉੱਥੇ ਇਸੇ ਲਈ ਸਮੱਸਿਆਵਾਂ ਹੋਈਆਂ ਨੇ ਕਿਉਂਕਿ ਉਹ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਨਹੀਂ ਬਣਾ ਸਕੇ ਅੰਦਰੂਨੀ ਤੌਰ ਤੇ। ਇਸੇ ਕਰਕੇ ਕੀ ਹੋਏਗਾ ਕਿ ਪਾਇਲਟ ਜਿਹੜੇ ਨੇ ਉਹ ਵੱਖਰਾ ਬਾਜਾ ਵਜਾ ਰਹੇ ਨੇ, ਗਹਿਲੋਤ ਸਾਹਿਬ ਵੱਖਰਾ ਬਾਜਾ ਵਜਾ ਰਹੇ ਨੇ, ਔਰ ਦੂਸਰਾ ਹੈ ਕਿ ਐਮਪੀ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਸਾਰੀ ਸਰਕਾਰ ਹੀ ਗਿਰ ਗਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਲਿਆਉਣਾ ਪਏਗਾ ਵੱਖ-ਵੱਖ ਧਿਰਾਂ ਨੂੰ, ਵੱਖ-ਵੱਖ ਜਿਹੜੇ ਵਿਰੋਧੀ ਗਰੁੱਪ ਨੇ, ਔਰ ਉਹਦੇ ਉੱਤੇ ਹਾਈ ਕਮਾਂਡ ਦੇ ਜਿੰਨੀ ਦੇਰ ਆਪਣਾ ਸਕੰਜਾ ਨਹੀਂ ਕਸੇਗੀ, ਅਨੁਸ਼ਾਸਨਬੱਧ ਨਹੀਂ ਲੋਕ ਇਹਨਾਂ ਨੂੰ ਸਮਝਾਏਗੀ ਤਰੀਕੇ, ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਕਿਸੇ ਦੇ ਖਿਲਾਫ ਤਾਂ ਐਕਸ਼ਨ ਲੈਣਾ ਹੀ ਪਏਗਾ। ਜੇਕਰ ਉਹ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਤੋੜਨ ਦੀ ਕੋਈ ਕੋਸ਼ਿਸ਼ ਕਰੇਗਾ ਜਾਂ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਉੱਤੇ ਐਕਸ਼ਨ ਵੀ ਲੈਣਾ ਪਏਗਾ। ਜੇ ਐਕਸ਼ਨ ਤੋਂ ਘਬਰਾਏਗੀ ਕਾਂਗਰਸ ਤਾਂ ਇਹਦੇ ਨਾਲ ਨੁਕਸਾਨ 22 ਦੇ ਵਿੱਚ ਜ਼ਿਆਦਾ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਜੀ ਸੁਖਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਸ ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਕਿ ਪਹਿਲੀ ਤਾਂ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਬੁਲਾਏ ਦਿੱਲੀ ਦੇ ਵਿੱਚ ਮੀਟਿੰਗ ਦੇ ਲਈ ਜਾ ਨਹੀਂ ਸਕਦੇ, ਮੀਟਿੰਗ ਕਰਨ ਲਈ ਜਾ ਨਹੀਂ ਸਕਦੇ, ਤੇ ਜੇਕਰ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਬੁਲਾਇਆ ਗਿਆ ਤਾਂ ਸੁਭਾਵਿਕ ਹੈ ਕਿ ਉਹਨਾਂ ਨੂੰ ਬੁਲਾਇਆ ਹੀ ਗਿਆ ਹੋਏਗਾ। ਤੇ ਦੂਜੀ ਗੱਲ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਤੁਰਦੇ ਨਹੀਂ ਤਾਂ ਸ਼ਾਮ ਤੱਕ ਪਹੁੰਚਣਗੇ ਤੇ ਉਸੇ ਦਿਨ ਸ਼ਾਮ ਨੂੰ ਸਾਰਿਆਂ ਨਾਲ ਮੁਲਾਕਾਤ ਕਰਨੀ ਸੰਭਵ ਨਹੀਂ ਹੈ, ਕੋਈ ਥਕਾਵਟ ਵੀ ਹੁੰਦੀ ਹੈ। ਤੇ ਦੂਜੀ ਗੱਲਾਂ ਚਰਚਾਵਾਂ ਇਹ ਵੀ ਨੇ ਕਿ ਕੱਲ ਪ੍ਰਿਅੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ ਹੈ ਤੇ ਅੱਜ ਜਿਹੜੀ ਹੈ ਦੋਵਾਂ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਜਾਂ ਫਿਰ ਇਕੱਲੇ ਰਾਹੁਲ ਦੇ ਨਾਲ ਮੁਲਾਕਾਤ ਹੋ ਸਕਦੀ ਹੈ। ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ, ਇਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਫਿਰ ਮਿਲਾਂਗੇ। ਧੰਨਵਾਦ ਜੀ।